ਪੰਜਾਬੀ ਦੀ ਕਲਾਸ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਅਸੀਂ ਭਾਈ ਵੀਰ ਸਿੰਘ ਜੀ ਦੀ ਲਿਖੀ ਹੋਈ ਇੱਕ ਹੋਰ ਸੋਹਣੀ ਜਿਹੀ ਕਵਿਤਾ ਸਮਾਂ ਦੇ ਬਾਰੇ ਵਿੱਚ ਪੜ੍ਹਾਂਗੇ। ਇਹ ਕਵਿਤਾ ਤੁਹਾਡੀ ਪੰਜਾਬੀ ਦੀ ਪਾਠ ਪੁਸਤਕ ਦੇ ਵਿੱਚ ਦਰਜ ਹੈ। ਅਸੀਂ ਜੇ ਇਸ ਦੇ ਪ੍ਰਸੰਗ ਦੀ ਗੱਲ ਕਰੀਏ ਤਾਂ ਇਸ ਦੇ ਪ੍ਰਸੰਗ ਵਿੱਚ ਕੁਝ ਇਸ ਤਰ੍ਹਾਂ ਹੋਏਗਾ ਕਿ ਇਹ ਕਾਵਿ ਸਤਰਾਂ ਭਾਈ ਵੀਰ ਸਿੰਘ ਜੀ ਦੀ ਲਿਖੀ ਹੋਈ ਕਵਿਤਾ ਸਮਾਂ ਵਿੱਚੋਂ ਲਈਆਂ ਗਈਆਂ ਹਨ। ਇਹ ਕਾਵਿ ਸਤਰਾਂ ਪੰਜਾਬੀ ਦੀ ਪਾਠ ਪੁਸਤਕ ਸਾਹਿਤਮਾਲਾ 9 ਦੇ ਵਿੱਚ ਦਰਜ ਹਨ। ਇਹਨਾਂ ਵਿੱਚ ਕਵੀ ਨੇ ਹਮੇਸ਼ਾ ਤੋਂ ਹੀ ਚਲਦੇ ਰਹਿਣ ਵਾਲੇ ਅਤੇ ਬਿਨਾਂ ਕਿਸੇ ਰੁਕਾਵਟ ਤੋਂ ਅੱਗੇ ਨਿਕਲਣ ਦੇ ਸਮੇਂ ਦੀ ਗੱਲ ਕੀਤੀ ਹੈ। ਇਸ ਦੀ ਵਿਆਖਿਆ ਕੁਝ ਇਸ ਤਰ੍ਹਾਂ ਹੈ। ਕਵੀ ਕਹਿੰਦਾ ਹੈ ਕਿ ਕਵੀ ਆਪਣੇ ਆਪ ਨੂੰ ਇਸਤਰੀ ਦੇ ਰੂਪ ਵਿੱਚ ਪੇਸ਼ ਕਰਦਾ ਹੋਇਆ ਬਿਆਨ ਕਰਦਾ ਹੈ ਕਿ ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ, ਫੜ ਫੜ ਰਹੀ ਤਰੀਕ ਸਮੇਂ ਖਿਸਕਾਈ ਕੰਨੀ, ਕਿਵੇਂ ਨਾ ਸਕੀ ਰੋਕ ਅਟਕ ਜੋ ਪਾਈ ਭੰਨੀ, ਤ੍ਰਿਖੇ ਆਪਣੇ ਵੇਗ ਗਿਆ ਟੱਪ ਬੰਨੇ ਬੰਨੀ, ਹੋ ਅਜੇ ਸੰਭਾਲ ਇਸ ਸਮੇਂ ਨੂੰ ਕਰ ਸਫਲ ਉਡੰਦਾ ਜਾਮਦਾ, ਇਹ ਠਹਿਰਨ ਜਾਂਚ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਉਂਦਾ। ਇਸ ਕਵਿਤਾ ਦੇ ਵਿੱਚ ਕਵੀ ਆਪਣੇ ਆਪ ਨੂੰ ਇੱਕ ਇਸਤਰੀ ਰੂਪ ਦੇ ਵਿੱਚ ਬਿਆਨ ਕਰ ਰਿਹਾ ਹੈ ਅਤੇ ਉਹ ਬਿਆਨ ਕਰਦਾ ਹੋਇਆ ਕਹਿੰਦਾ ਹੈ ਕਿ ਸਮੇਂ ਨੂੰ ਰੋਕਣ ਦੇ ਲਈ ਉਸਨੇ ਬਹੁਤ ਮਿੰਨਤਾਂ ਕੀਤੀਆਂ। ਉਸਨੇ ਕਈ ਵਾਸਤੇ ਘੱਤੇ, ਵਾਸਤੇ ਘੱਤਣਾ ਮਤਲਬ ਮਿੰਨਤਾਂ ਕਰਨੀਆਂ, ਪਰ ਉਸਨੇ ਮੇਰੀ ਇੱਕ ਵੀ ਨਹੀਂ ਮੰਨੀ। ਸਮੇਂ ਨੇ ਉਸ ਦੀ ਇੱਕ ਵੀ ਨਹੀਂ ਮੰਨੀ ਅਤੇ ਉਹ ਲੰਘਦਾ ਗਿਆ। ਫੜ ਫੜ ਰਹੀ ਤਰੀਕ ਸਮੇਂ ਖਿਸਕਾਈ ਕੰਨੀ, ਕਿ ਮੈਂ ਉਸਨੂੰ ਫੜਨ ਦੀ ਬਹੁਤ ਕੋਸ਼ਿਸ਼ ਕੀਤੀ, ਆਪਣੇ ਵੱਲ ਖਿੱਚਣ ਦਾ ਬਹੁਤ ਯਤਨ ਕੀਤਾ, ਪਰ ਸਮਾਂ ਕਦੇ ਵੀ ਕਿਸੇ ਦੀ ਨਹੀਂ ਮੰਨਦਾ ਅਤੇ ਉਹ ਪੱਲਾ ਛੁਡਾ ਕੇ ਮੇਰੇ ਕੋਲੋਂ ਦੂਰ ਚਲਾ ਗਿਆ ਹੈ। ਸਮੇਂ ਨੂੰ ਰੋਕਣ ਦੇ ਲਈ ਮੈਂ ਉਸ ਦੇ ਰਸਤੇ ਦੇ ਵਿੱਚ ਬਹੁਤ ਸਾਰੀਆਂ ਰੁਕਾਵਟਾਂ ਪਾਈਆਂ, ਕਿਵੇਂ ਨਾ ਸਕੀ ਰੋਕ ਅਟਕ ਜੋ ਪਾਈ ਭੰਨੀ, ਕਿ ਮੈਂ ਸਮੇਂ ਨੂੰ ਰੋਕਣ ਦੇ ਲਈ ਉਹਦੇ ਰਸਤੇ ਵਿੱਚ ਬਹੁਤ ਸਾਰੀਆਂ ਰੁਕਾਵਟਾਂ ਪਾਈਆਂ, ਪਰ ਉਹ ਸਾਰੀਆਂ ਰੁਕਾਵਟਾਂ ਨੂੰ ਪਾਰ ਕਰਦਾ ਹੋਇਆ ਆਪਣੇ ਤਿੱਖੇ ਵੇਗ ਦੇ ਨਾਲ, ਮਤਲਬ ਆਪਣੀ ਇੱਕ ਚਾਲ ਦੇ ਨਾਲ ਉਹ ਚੱਲਦਾ ਹੀ ਗਿਆ ਅਤੇ ਸਾਰੀਆਂ ਰੁਕਾਵਟਾਂ ਨੂੰ ਪਾਰ ਕਰਦਾ ਗਿਆ। ਤ੍ਰਿਖੇ ਆਪਣੇ ਵੇਗ ਗਿਆ ਟੱਪ ਬੰਨੇ ਬੰਨੀ, ਮਤਲਬ ਹਰ ਰੁਕਾਵਟ ਨੂੰ ਪਾਰ ਕਰਦਾ ਹੋਇਆ ਲੰਘ ਗਿਆ ਅਤੇ ਮੇਰੇ ਹੱਥਾਂ ਦੇ ਵਿੱਚੋਂ ਨਿਕਲ ਗਿਆ। ਉਹ ਅੱਗੇ ਕਹਿੰਦਾ ਹੈ ਕਿ ਆਪਣੀ ਜਿਹੜੀ ਸਮੇਂ ਦੀ ਤੇਜ਼ ਗਤੀ ਹੈ ਉਸ ਨੂੰ, ਉਹਨਾਂ ਸੀਮਾਵਾਂ ਨੂੰ ਉਸਨੇ ਪਾਰ ਕਰਕੇ ਮੇਰੀ ਇੱਕ ਨਹੀਂ ਸੁਣੀ ਅਤੇ ਆਪਣੇ ਚਾਲ ਦੇ ਨਾਲ ਉਹ ਚੱਲਦਾ ਹੀ ਗਿਆ। ਅੱਗੇ ਕਵੀ ਕਹਿੰਦਾ ਹੈ ਕਿ ਉਹ ਅਜੇ ਸੰਭਾਲ ਇਸ ਸਮੇਂ ਨੂੰ ਕਰ ਸਫਲ ਉਡੰਦਾ ਜਾਮਦਾ, ਇਹ ਠਹਿਰਨ ਜਾਂਚ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਉਂਦਾ, ਕਿ ਹੇ ਮਨੁੱਖ, ਤੂੰ ਜੋ ਇਹ ਸਮਾਂ ਲੰਘ ਰਿਹਾ ਹੈ ਉਸ ਨੂੰ ਹਾਲੇ ਵੀ ਸਮੇਂ ਨੂੰ ਰਹਿੰਦੇ ਹੋਏ ਇਸ ਨੂੰ ਸੰਭਾਲ ਲੈ, ਕਿਉਂਕਿ ਜੇ ਇਹ ਇੱਕ ਵਾਰ ਲੰਘ ਗਿਆ ਤਾਂ ਇਹ ਕਦੇ ਵੀ ਮੁੜ ਕੇ ਨਹੀਂ ਆਉਂਦਾ। ਤਾਂ ਇਹ ਇਸ ਨਾਲੋਂ ਚੰਗਾ ਹੈ ਕਿ ਤੂੰ ਇਸ ਨੂੰ ਸਫਲ ਕਰ, ਇਸ ਸਮੇਂ ਦਾ ਸਹੀ ਉਪਯੋਗ ਕਰ, ਕਿਉਂਕਿ ਜੇ ਅਸੀਂ ਸਮੇਂ ਨੂੰ ਨਹੀਂ ਵਰਤਾਂਗੇ ਤਾਂ ਸਮਾਂ ਸਾਡੇ ਹੱਥਾਂ ਵਿੱਚੋਂ ਨਿਕਲਦਾ ਹੀ ਜਾਏਗਾ, ਤਾਂ ਫਿਰ ਸਾਨੂੰ ਪਛਤਾਉਣ ਦਾ ਕੋਈ ਫਾਇਦਾ ਨਹੀਂ ਹੈ। ਸਮੇਂ ਦੀ ਗਤੀ ਜੋ ਹੈ ਉਹ ਬਹੁਤ ਤੇਜ਼ ਹੈ, ਉਹ ਅੱਗੇ ਵੱਧਦਾ ਜਾਏਗਾ, ਇਸ ਨੂੰ ਰੁਕਣਾ ਨਹੀਂ ਆਉਂਦਾ, ਇਹ ਠਹਿਰਨ ਜਾਂਚ ਨਾ ਜਾਣਦਾ, ਕਿਉਂਕਿ ਇਸ ਨੂੰ ਰੁਕਣਾ ਨਹੀਂ ਆਉਂਦਾ। ਜੋ ਸਮਾਂ ਇੱਕ ਵਾਰ ਬੀਤ ਗਿਆ ਉਹ ਮੁੜ ਕੇ ਵੀ ਕਦੀ ਵਾਪਸ ਨਹੀਂ ਆਉਂਦਾ, ਕਿਉਂਕਿ ਇਸ ਦੀ ਲਗਾਤਾਰ ਚਲਦਿਆਂ ਦੀ ਜੋ ਗਤੀ ਹੈ, ਚਲਦੇ ਰਹਿਣ ਦੀ ਜੋ ਚਾਲ ਹੈ ਇਸ ਦੀ, ਉਹ ਕਦੀ ਵੀ ਰੁਕਦੀ ਨਹੀਂ ਹੈ। ਅਤੇ ਸਾਨੂੰ ਕਵੀ ਹਮੇਸ਼ਾ ਸਾਵਧਾਨ ਕਰਦਾ ਹੈ ਇਸ ਕਵਿਤਾ ਦੇ ਰਾਹੀਂ ਕਿ ਅਸੀਂ ਸਾਵਧਾਨ ਹੋਈਏ, ਅਸੀਂ ਇਸ ਸਮੇਂ ਦਾ ਸਹੀ ਉਪਯੋਗ ਕਰੀਏ, ਕਿਉਂਕਿ ਜੇ ਇਹ ਇੱਕ ਵਾਰ ਲੰਘ ਗਿਆ ਤਾਂ ਸਾਡੇ ਕੋਲ ਹੱਥ ਮੱਲਣ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਰਹਿ ਜਾਏਗਾ। ਇੱਕ ਕਹਾਵਤ ਵੀ ਹੈ ਕਿ ਅਬ ਪਛਤਾਏ ਕਿਆ ਹੁਆ ਜਬ ਚਿੜੀਆ ਚੁਗ ਗਈ ਖੇਤ, ਕਿਉਂਕਿ ਜੇ ਇੱਕ ਵਾਰ ਸਮਾਂ ਲੰਘ ਗਿਆ ਤਾਂ ਸਾਨੂੰ ਉਸ 'ਤੇ ਪਛਤਾਉਣ ਦਾ ਕੋਈ ਫਾਇਦਾ ਨਹੀਂ ਹੋਏਗਾ। ਇਸ ਲਈ ਜੋ ਸਮਾਂ ਸਾਡੇ ਕੋਲ ਹੈ ਉਸ ਦਾ ਸਹੀ ਉਪਯੋਗ ਕਰਨਾ ਚਾਹੀਦਾ ਹੈ ਅਤੇ ਸਾਨੂੰ ਹਮੇਸ਼ਾ ਉਸ ਨੂੰ ਚੰਗੇ ਕੰਮਾਂ ਦੇ ਲਈ
ਵਰਤਣਾ ਚਾਹੀਦਾ ਹੈ। ਧੰਨਵਾਦ।